ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰਾ ਚਾਚਾ ਹਰ ਰਾਤ ਚਾਚੀ ਤੋਂ ਮਾਲਿਸ਼ ਕਰਵਾ ਕੇ ਸੌਂਦਾ ਸੀ। ਜਦੋਂ ਤੱਕ ਮੇਰੀ ਚਾਚੀ ਮਾਲਿਸ਼ ਨਹੀਂ ਕਰਦੀ, ਮੇਰੇ ਚਾਚੇ ਨੂੰ ਨੀਂਦ ਨਹੀਂ ਆਉਂਦੀ ਸੀ। ਇੱਕ ਦਿਨ ਮੇਰੀ ਚਾਚੀ ਨੇ ਪੇਕਿਆਂ ਤੇ ਜਾਣਾ ਸੀ। ਜਦੋਂ ਮੇਰੀ ਚਾਚੀ ਜਾਣ ਲੱਗੀ ਸੀ ਤਾਂ ਉਸਨੇ ਮੈਨੂੰ ਕੋਲ ਸੱਦ ਕੇ ਕਿਹਾ, ਰਾਤ ਨੂੰ ਆਪਣੇ ਚਾਚੇ ਦੀ ਮਾਲਿਸ਼ ਕਰ ਦੇਣਾ, ਨਹੀਂ ਤਾਂ ਉਹ ਸਾਰੀ ਰਾਤ ਜਾਗਦਾ ਰਹੇਗਾ। ਜਦੋਂ ਰਾਤ ਹੋਈ ਤਾਂ ਮੈਂ ਸਿਰ ਢੱਕ ਕੇ ਚਾਚੇ ਦੀ ਮਾਲਿਸ਼ ਕਰਨ ਲਈ ਚਲੀ ਗਈ। ਬਸ 15 ਮਿੰਟ ਹੀ ਹੋਏ ਸਨ ਕਿ ਮੇਰੇ ਹੋਸ਼ ਉੱਡ ਗਏ। ਚਾਚੇ ਨੇ ਮੇਰੇ ਨਾਲ ਮੇਰੀ ਚਾਚੀ ਮੈਨੂੰ ਕਹਿ ਕੇ ਗਈ ਸੀ ਕਿ ਚਾਚੇ ਦਾ ਖਿਆਲ ਰੱਖਣਾ। ਉਸਨੇ ਮੈਨੂੰ ਇੱਕ ਕੰਮ ਕਰਨ ਲਈ ਵੀ ਕਿਹਾ ਸੀ। ਮੈਂ ਉਹ ਕੰਮ ਵੀ ਕੀਤਾ। ਅਚਾਨਕ ਕੁਝ ਬੁਰਾ ਹੋ ਗਿਆ। ਹੁਣ ਮੈਨੂੰ ਚਿੰਤਾ ਸੀ ਕਿ ਚਾਚੀ ਜਦੋਂ ਵਾਪਸ ਆਵੇਗੀ ਤਾਂ ਮੈਂ ਉਸਨੂੰ ਕੀ ਜਵਾਬ ਦੇਵਾਂਗੀ। ਉਹ ਕਹੇਗੀ ਕਿ ਮੈਂ ਤੈਨੂੰ ਚਾਚੇ ਦੀ ਦੇਖਭਾਲ ਕਰਨ ਲਈ ਕਿਹਾ ਸੀ ਤੇ ਤੁਸੀਂ ਇਹ ਸਭ ਕੀ ਕੀਤਾ। ਮੈਨੂੰ ਖੁਦ ਨਹੀਂ ਪਤਾ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਤੇ ਇਸ ਵਿੱਚ ਮੇਰਾ ਕੀ ਕਸੂਰ ਸੀ। ਇਹ ਸਭ ਆਪਣੇ ਆਪ ਹੀ ਹੋ ਗਿਆ ਸੀ। ਮੇਰਾ ਚਾਚਾ ਬੜਾ ਅਜੀਬ ਬੰਦਾ ਸੀ। ਉਹ ਹਮੇਸ਼ਾ ਗੁੱਸੇ ਵਿੱਚ ਰਹਿੰਦਾ ਸੀ। ਮੇਰੀ ਜੋ ਪਹਿਲੀ ਚਾਚੀ ਸੀ, ਜਾਨੀ ਮੇਰੇ ਚਾਚੇ ਦੀ ਪਹਿਲੀ ਪਤਨੀ, ਉਹ ਬਹੁਤ ਚੰਗੀ ਔਰਤ ਸੀ। ਜਦੋਂ ਮੇਰੇ ਚਾਚੇ ਨੂੰ ਉਸ ਤੋਂ ਔਲਾਦ ਨਹੀਂ ਹੋਈ ਤਾਂ ਮੇਰੇ ਚਾਚੇ ਨੇ ਕਿਹਾ, ਇਸ ਤੋਂ ਤਾਂ ਮੈਨੂੰ ਔਲਾਦ ਨਹੀਂ ਹੋ ਸਕਦੀ। ਇਸ ਲਈ ਉਹਨਾਂ ਨੇ ਦੁਬਾਰਾ ਵਿਆਹ ਕਰਵਾ ਲਿਆ। ਪਰ ਮੇਰੇ ਚਾਚੇ ਦੀ ਦੂਜੀ ਪਤਨੀ ਤੋਂ ਵੀ ਔਲਾਦ ਨਹੀਂ ਹੋਈ ਤਾਂ ਚਾਚਾ ਕਹਿੰਦਾ ਸੀ ਕਿ ਸਾਰੀਆਂ ਬਾਂਝ ਔਰਤਾਂ ਮੇਰੀ ਹੀ ਕਿਸਮਤ ਵਿੱਚ ਹਨ ਤੇ ਮੈਂ ਉਹਨਾਂ ਨਾਲ ਵਿਆਹ ਕਰਵਾ ਲੈਂਦਾ ਹਾਂ। ਚਾਚੇ ਨੇ ਦੂਜੀ ਔਰਤ ਨੂੰ ਵੀ ਛੱਡ ਦਿੱਤਾ। ਉਹ ਵਿਚਾਰੀ ਬਹੁਤ ਚੰਗੀ ਸੀ। ਉਸਨੇ ਕਿਹਾ ਕਿ ਮੈਨੂੰ ਨਾ ਛੱਡੋ, ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ। ਪਰ ਚਾਚੇ ਨੇ ਕਿਹਾ, ਮੈਂ ਤੈਨੂੰ ਰੱਖ ਕੇ ਵੀ ਕੀ ਕਰਾਂਗਾ, ਤੇਰਾ ਮੈਨੂੰ ਕੀ ਫਾਇਦਾ। ਜਦੋਂ ਕਿ ਉਹਨਾਂ ਨੇ ਉਸ ਔਰਤ ਨਾਲ 5 ਸਾਲ ਗੁਜ਼ਾਰੇ ਸਨ ਤੇ 5 ਸਾਲ ਵਿੱਚ ਹੀ ਉਹ ਇੰਨੀ ਬੁੱਢੀ ਲੱਗਣ ਲੱਗੀ ਸੀ। ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਉਸ ਸਮੇਂ ਉਹ ਬਹੁਤ ਸੋਹਣੀ ਸੀ। ਪਤਾ ਨਹੀਂ ਮੇਰਾ ਚਾਚਾ ਔਰਤਾਂ ਨਾਲ ਅਜਿਹਾ ਕੀ ਕਰਦਾ ਸੀ ਕਿ ਉਸ ਦੀ ਹਾਲਤ ਅਜਿਹੀ ਹੋ ਜਾਂਦੀ ਸੀ। ਮੇਰੇ ਚਾਚੇ ਨੇ ਹੁਣ ਤੀਜੀ ਵਾਰ ਵਿਆਹ ਕਰਵਾ ਲਿਆ ਸੀ। ਮੇਰੇ ਮਾਤਾ-ਪਿਤਾ ਇਸ ਦੁਨੀਆ ਤੋਂ ਚਲੇ ਗਏ ਸਨ ਤੇ ਮੈਂ ਆਪਣੇ ਚਾਚੇ ਕੋਲ ਰਹਿਣ ਆ ਗਈ ਸੀ। ਜੇ ਮੇਰੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਮੈਨੂੰ ਕਦੇ ਵੀ ਇੱਥੇ ਰਹਿਣ ਲਈ ਨਾ ਭੇਜਦੇ। ਜਦੋਂ ਮੇਰੇ ਚਾਚੇ ਨੇ ਘਰ ਵੱਖ ਕੀਤਾ ਸੀ ਤਾਂ ਉਹ ਬਹੁਤ ਅਮੀਰ ਹੋ ਗਏ ਸੀ। ਉਸਨੇ ਬਹੁਤ ਵਧੀਆ ਘਰ ਬਣਾਇਆ ਸੀ। ਉਸਦੇ ਘਰ ਵਿੱਚ ਟੀਵੀ, ਫ੍ਰਿਜ, ਏਸੀ ਸਭ ਕੁਝ ਸੀ। ਅਸੀਂ ਗਰੀਬ ਸੀ। ਮੇਰਾ ਵੀ ਜੀ ਕਰਦਾ ਸੀ ਕਿ ਮੈਂ ਆਪਣੇ ਚਾਚੇ ਦੇ ਘਰ ਜਾ ਕੇ ਵੱਡੇ ਟੀਵੀ ਉੱਤੇ ਸੀਰੀਅਲ ਵੇਖਾਂ ਤੇ ਫ੍ਰਿਜ ਵਿੱਚੋਂ ਠੰਡਾ ਪਾਣੀ ਕੱਢ ਕੇ ਪੀਵਾਂ। ਮੈਂ ਗਰਮੀਆਂ ਵਿੱਚ ਏਸੀ ਦਾ ਆਨੰਦ ਮਾਣ ਸਕਾਂ ਤੇ ਆਰਾਮ ਨਾਲ ਸੌਵਾਂ। ਪਰ ਪਿਤਾ ਜੀ ਮੈਨੂੰ ਜਾਣ ਨਹੀਂ ਦਿੰਦੇ ਸਨ। ਜੇ ਕਦੇ ਜਾਂਦੇ ਤਾਂ ਮੈਨੂੰ ਆਪਣੇ ਨਾਲ ਹੀ ਲੈ ਕੇ ਜਾਂਦੇ ਤੇ ਆਪਣੇ ਨਾਲ ਹੀ ਵਾਪਸ ਲੈ ਆਉਂਦੇ। ਉੱਥੇ ਮੈਨੂੰ ਰਾਤ ਕਦੇ ਵੀ ਨਹੀਂ ਰਹਿਣ ਦਿੰਦੇ। ਪਰ ਹੁਣ ਹਮੇਸ਼ਾ ਲਈ ਮੈਂ ਇੱਥੇ ਆ ਗਈ ਸੀ। ਮੇਰੇ ਚਾਚੇ ਨੂੰ ਆਪਣੇ ਭਰਾ ਤੇ ਭਰਜਾਈ ਦੀ ਮੌਤ ਦਾ ਬਹੁਤ ਅਫਸੋਸ ਸੀ। ਇਸ ਲਈ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲੈ ਲਈ ਤੇ ਕਿਹਾ ਉਹ ਮੇਰੀ ਦੇਖਭਾਲ ਕਰਨਗੇ। ਇਹ ਜਿਹੜੀ ਮੇਰੀ ਤੀਸਰੀ ਚਾਚੀ ਸੀ, ਉਹ ਵੀ ਬਹੁਤ ਮਾਸੂਮ ਸੀ। ਚਾਚਾ ਕਹਿੰਦਾ ਸੀ ਕਿ ਮੇਰੀ ਕਿਸਮਤ ਵਿੱਚ ਅਜਿਹੀਆਂ ਸਾਰੀਆਂ ਔਰਤਾਂ ਆਉਂਦੀਆਂ ਜੋ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀਆਂ ਸੀ। ਪਰ ਅਸਲ ਵਿੱਚ ਉਸ ਦੀ ਕਿਸਮਤ ਵਿੱਚ ਅਜਿਹੀਆਂ ਔਰਤਾਂ ਆਈਆਂ ਸੀ ਜੋ ਬਹੁਤ ਹੀ ਸਲੀਕੇ ਵਾਲੀਆਂ ਤੇ ਭੋਲੀਆਂ ਭਾਲੀਆਂ ਹੁੰਦੀਆਂ ਸੀ। ਇਹ ਚਾਚੀ ਵੀ ਬਹੁਤ ਚੰਗੀ ਸੀ। ਮੇਰੇ ਚਾਚਾ ਜੀ ਮੇਰੀ ਚਾਚੀ ਤੋਂ ਸਾਰਾ ਦਿਨ ਬਹੁਤ ਸੇਵਾ ਕਰਵਾਉਂਦੇ ਸੀ। ਕਦੇ ਉਹ ਕਹਿੰਦੇ ਸੀ ਪਕੌੜੇ ਬਣਾਓ ਤੇ ਕਦੇ ਚਾਹ ਬਣਾਉਣ ਲਈ ਕਹਿੰਦੇ ਸੀ ਤੇ ਉਹ ਮੈਨੂੰ ਵੀ ਕਹਿੰਦੇ ਸੀ ਕਿ ਤੂੰ ਖਾਇਆ ਪੀਆ ਕਰ, ਮੌਜ ਕਰ, ਕੰਮ ਕਰਨ ਦੀ ਕੋਈ ਲੋੜ ਨਹੀਂ ਹੈ। ਵੈਸੇ ਮੇਰੇ ਚਾਚਾ ਜੀ ਨੇ ਘਰ ਦਾ ਕੰਮ ਕਰਨ ਲਈ ਨੌਕਰ ਰੱਖੇ ਹੋਏ ਸੀ, ਪਰ ਖਾਣਾ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਮੇਰੀ ਚਾਚੀ ਤੇ ਸੀ। ਮੈਂ ਉਸ ਦੀ ਮਦਦ ਕਰਦੀ ਸੀ, ਪਰ ਮੇਰਾ ਚਾਚਾ ਕਹਿੰਦਾ ਸੀ ਕਿ ਕੋਈ ਲੋੜ ਨਹੀਂ ਤੈਨੂੰ ਕੰਮ ਕਰਨ ਦੀ। ਜੇ ਤੂੰ ਕੰਮ ਕਰੇਗੀ ਤਾਂ ਮੈਂ ਰੱਬ ਦੇ ਘਰ ਜਾ ਕੇ ਆਪਣੇ ਭਰਾ ਨੂੰ ਕੀ ਮੂੰਹ ਦਿਖਾਵਾਂਗਾ। ਚਾਚਾ ਮੈਨੂੰ ਬਹੁਤ ਲਾਡ ਕਰਦੇ ਸੀ। ਇੱਕ ਵਾਰ ਇੱਕ ਆਦਮੀ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਤਾਂ ਤੁਹਾਡੀ ਤੀਜੀ ਪਤਨੀ ਵਿੱਚੋਂ ਵੀ ਔਲਾਦ ਨਹੀਂ ਹੋ ਰਹੀ। ਇਸ ਦਾ ਮਤਲਬ ਕਿ ਸ਼ਾਇਦ ਤੁਹਾਡੇ ਅੰਦਰ ਹੀ ਕੋਈ ਘਾਟ ਹੈ। ਤਾਂ ਉਸਨੇ ਕਿਹਾ, ਮੇਰੇ ਅੰਦਰ ਕੋਈ ਘਾਟ ਨਹੀਂ ਹੈ, ਬਸ ਮੇਰੀ ਕਿਸਮਤ ਵਿੱਚ ਹੀ ਬੱਚਾ ਨਹੀਂ ਹੈ। ਪਰ ਹੁਣ ਮੈਨੂੰ ਔਲਾਦ ਨਹੀਂ ਚਾਹੀਦੀ। ਮੇਰੀ ਤੀਜੀ ਪਤਨੀ ਮਾਂ ਬਣ ਸਕਦੀ ਹੈ। ਹੁਣ ਮੈਂ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦਾ ਹਾਂ। ਕਿੱਥੇ ਬੁਢਾਪੇ ਵਿੱਚ ਬੱਚਾ ਚੁੱਕ ਕੇ ਘੁੰਮਾਂਗਾ। ਬੱਚਿਆਂ ਦੇ ਤਾਂ ਹਜ਼ਾਰਾਂ ਕੰਮ ਹੁੰਦੇ ਹਨ। ਹੁਣ ਤਾਂ ਮੇਰੀ ਆਪਣੀ ਦਵਾਈਆਂ ਖਾਣ ਦੀ ਉਮਰ ਆ ਗਈ ਹੈ ਤੇ ਮੈਂ ਉਸਦੇ ਲਈ ਦੁੱਧ ਤੇ ਸਮਾਨ ਕਿੱਥੇ ਲੈਂਦਾ ਫਿਰਾਂਗਾ।
ਮੇਰਾ ਭਰਾ ਇਸ ਸੰਸਾਰ ਨੂੰ ਛੱਡ ਗਿਆ ਹੈ। ਉਸ ਦੀ ਧੀ ਮੇਰੇ ਘਰ ਰਹਿਣ ਲਈ ਆ ਗਈ ਹੈ। ਮੈਂ ਉਸ ਨੂੰ ਆਪਣੀ ਧੀ ਬਣਾ ਕੇ ਰੱਖਾਂਗਾ ਤੇ ਮੈਂ ਉਸ ਨੂੰ ਵਿਦਾ ਕਰਕੇ ਉਸ ਦੇ ਵਿਆਹ ਤੇ ਹਰ ਇੱਛਾ ਪੂਰੀ ਕਰ ਲਵਾਂਗਾ। ਮੈਂ ਇਹ ਗੱਲਾਂ ਸੁਣ ਰਹੀ ਸੀ। ਮੈਨੂੰ ਬਹੁਤ ਖੁਸ਼ੀ ਹੋਈ ਸੀ। ਮੈਂ ਕਿਹਾ ਕਿ ਮੇਰਾ ਚਾਚਾ ਬਹੁਤ ਵਧੀਆ ਹੈ। ਉਹ ਮੇਰਾ ਬਹੁਤ ਖਿਆਲ ਰੱਖਦੇ ਹਨ। ਉਹਨਾਂ ਨੇ ਮੈਨੂੰ ਆਪਣੀ ਧੀ ਬਣਾ ਲਿਆ ਹੈ। ਮੇਰੇ ਚਾਚਾ ਮੇਰੀ ਚਾਚੀ ਤੋਂ ਹਰ ਰਾਤ ਮਾਲਿਸ਼ ਕਰਵਾਉਂਦੇ। ਹਾਲਾਂਕਿ ਇਹ ਕੰਮ ਬਹੁਤ ਔਖਾ ਸੀ, ਪਰ ਮੇਰੀ ਚਾਚੀ ਮੇਰੇ ਚਾਚੇ ਦੇ ਉੱਤੇ ਖੜੀ ਹੋ ਜਾਂਦੀ ਸੀ ਤੇ ਉਸ ਦੀ ਕਮਰ ਤੇ ਲੱਤਾਂ ਨੂੰ ਆਪਣੇ ਪੈਰਾਂ ਨਾਲ ਦਬਾਉਂਦੀ ਸੀ। ਉਸ ਦਾ ਭਾਰ ਇੰਨਾ ਨਹੀਂ ਸੀ, ਸ਼ਾਇਦ ਉਹ 40 ਕਿਲੋ ਦੀ ਹੋਵੇਗੀ। ਚਾਚਾ 1-2 ਘੰਟੇ ਤੱਕ ਚਾਚੀ ਤੋਂ ਮਾਲਿਸ਼ ਕਰਵਾਉਂਦਾ ਸੀ। ਜਦੋਂ ਚਾਚੀ ਵਾਪਸ ਆਉਂਦੀ ਤਾਂ ਬਹੁਤ ਥੱਕੀ ਹੋਈ ਲੱਗਦੀ। ਚਾਚੇ ਦੀ ਇੱਕ ਬਹੁਤ ਅਜੀਬ ਹਰਕਤ ਸੀ। ਉਹ ਕਦੇ-ਕਦੇ ਚਾਚੀ ਨੂੰ ਕਮਰੇ ਤੋਂ ਬਾਹਰ ਕੱਢ ਦਿੰਦੇ ਸੀ ਤੇ ਕਹਿੰਦੇ, ਮੈਨੂੰ ਇਕੱਲੇ ਸੌਣ ਦੀ ਆਦਤ ਹੈ, ਤੇ ਫਿਰ ਚਾਚੀ ਦੂਜੇ ਕਮਰੇ ਵਿੱਚ ਸੌਂਦੀ ਸੀ। ਪਰ ਕਦੀ-ਕਦੀ ਚਾਚਾ ਚਾਚੀ ਦੇ ਕਮਰੇ ਵਿੱਚ ਵੀ ਸੌਂ ਜਾਂਦਾ ਸੀ। ਮੇਰੇ ਲਈ ਅਲੱਗ ਕਮਰਾ ਸੀ, ਜਿਸ ਵਿੱਚ ਏਸੀ ਵੀ ਲੱਗਾ ਹੋਇਆ ਸੀ। ਮੇਰੀ ਜ਼ਿੰਦਗੀ ਇੱਥੇ ਵਧੀਆ ਸੀ। ਚਾਚਾ ਚਾਚੀ ਨੂੰ ਕਿਤੇ ਵੀ ਜਾਣ ਨਹੀਂ ਦਿੰਦਾ ਸੀ, ਇੱਥੋਂ ਤੱਕ ਕਿ ਆਪਣੇ ਪੇਕੇ ਘਰ ਵੀ ਰਾਤ ਨਹੀਂ ਰਹਿਣ ਦਿੰਦੇ ਸੀ। ਮੇਰੀ ਚਾਚੀ ਕਹਿੰਦੀ, ਮੈਂ ਤਾਂ ਇੱਥੇ ਸੇਵਾ ਕਰਨ ਲਈ ਆਈ ਹਾਂ। ਇਹ ਅਮੀਰ ਬੰਦਾ ਹੈ ਤੇ ਅਸੀਂ ਗਰੀਬ, ਇਸ ਲਈ ਮਾਤਾ ਪਿਤਾ ਨੇ ਪੈਸਾ ਵੇਖ ਕੇ ਮੇਰਾ ਵਿਆਹ ਕਰ ਦਿੱਤਾ। ਮੇਰਾ ਤੇਰੇ ਚਾਚੇ ਨਾਲ ਪਹਿਲਾ ਵਿਆਹ ਹੈ। ਚਾਚੀ ਮੇਰੇ ਨਾਲ ਆਪਣਾ ਦੁੱਖ ਸੁੱਖ ਵੰਡ ਲੈਂਦੀ ਸੀ, ਪਰ ਚਾਚੇ ਤੋਂ ਬਹੁਤ ਡਰਦੀ ਸੀ। ਜਿਵੇਂ ਹੀ ਕਿਸੇ ਦੇ ਆਉਣ ਦੀ ਆਵਾਜ਼ ਆਉਂਦੀ ਤਾਂ ਚਾਚੀ ਚੁੱਪ ਹੋ ਜਾਂਦੀ ਤੇ ਮੈਨੂੰ ਵਾਰ-ਵਾਰ ਕਹਿੰਦੀ, ਕਿਸੇ ਨੂੰ ਕੁਝ ਨਾ ਦੱਸਣਾ। ਮੈਂ ਚਾਚੀ ਨੂੰ ਕਿਹਾ, ਮੈਨੂੰ ਕਿਸੇ ਨੂੰ ਦੱਸ ਕੇ ਕੀ ਮਿਲਣਾ ਹੈ। ਮੇਰੀ ਚਾਚੀ ਤੇ ਚਾਚਾ ਵਧੀਆ ਸੀ ਤੇ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਸੀ, ਇਸ ਲਈ ਮੈਂ ਉਹਨਾਂ ਵਿੱਚ ਫੁੱਟ ਨਹੀਂ ਪਾਉਣਾ ਚਾਹੁੰਦੀ ਸੀ। ਮੇਰੀ ਚਾਚੀ ਨੇ ਮੈਨੂੰ ਦੱਸਿਆ ਕਿ ਉਸ ਦਾ ਪਿਤਾ ਬਹੁਤ ਬਿਮਾਰ ਹੈ ਤੇ ਉਹ ਮੰਜੇ ਤੇ ਪਿਆ ਹੈ। ਉਹਨਾਂ ਦੀ ਸਿਹਤ ਬਹੁਤ ਖਰਾਬ ਹੈ। ਪਰ ਤੇਰਾ ਚਾਚਾ ਮੈਨੂੰ ਇਹ ਕਹਿ ਕੇ ਜਾਣ ਨਹੀਂ ਦਿੰਦਾ ਕਿ ਘਰ ਦੇ ਕੰਮ ਜ਼ਰੂਰੀ ਹਨ ਤੇ ਸਮੇਂ ਸਿਰ ਖਾਣਾ ਜੇ ਮੈਨੂੰ ਨਾ ਮਿਲੇ ਤਾਂ ਮੇਰਾ ਮੂਡ ਵਿਗੜ ਜਾਂਦਾ ਹੈ। ਚਾਚੀ ਮੈਨੂੰ ਕਹਿੰਦੀ ਸੀ ਕਿ ਔਰਤ ਨੂੰ ਕਿਸੇ ਗਰੀਬ ਆਦਮੀ ਨਾਲ ਵਿਆਹ ਕਰਨਾ ਚਾਹੀਦਾ ਹੈ, ਜੋ ਘੱਟੋ ਘੱਟ ਪਿਆਰ ਤੇ ਭਾਵਨਾਵਾਂ ਨੂੰ ਸਮਝਣ ਵਾਲਾ ਤਾਂ ਹੋਵੇ, ਪਰ ਉਸ ਨੂੰ ਅਜਿਹੇ ਆਦਮੀ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਸੀ ਜਿਸ ਕੋਲ ਪੈਸਾ ਤਾਂ ਹੈ ਪਰ ਉਹ ਭਾਵਨਾ ਨਹੀਂ ਸਮਝਦਾ ਹੈ। ਮੈਂ ਕਿਹਾ, ਔਰਤਾਂ ਅੱਜ-ਕੱਲ੍ਹ ਅਜਿਹਾ ਨਹੀਂ ਸੋਚਦੀਆਂ ਹਨ। ਉਹ ਸਿਰਫ ਇਹੀ ਚਾਹੁੰਦੀਆਂ ਹਨ ਕਿ ਆਦਮੀ ਚਾਹੇ ਜਿਵੇਂ ਦਾ ਮਰਜ਼ੀ ਹੋਵੇ, ਪਰ ਅਮੀਰ ਹੋਵੇ। ਮੇਰੀ ਚਾਚੀ ਨੇ ਕਿਹਾ, ਹਾਂ, ਕਾਸ਼ ਮੈਨੂੰ ਇਹ ਸਭ ਪਹਿਲਾਂ ਪਤਾ ਹੁੰਦਾ ਤਾਂ ਮੈਂ ਤੇਰੇ ਚਾਚੇ ਨਾਲ ਕਦੇ ਵਿਆਹ ਨਹੀਂ ਕਰਦੀ। ਮੇਰਾ ਤਾਂ ਦਿਲ ਕਰਦਾ ਹੈ ਕਿ ਮੈਂ ਆਪਣੇ ਗਲੇ ਵਿੱਚ ਢੋਲ ਪਾ ਕੇ ਸਾਰਿਆਂ ਨੂੰ ਦੱਸਾਂ ਕਿ ਕਿਸੇ ਨੂੰ ਵੀ ਅਮੀਰ ਆਦਮੀ ਨਾਲ ਵਿਆਹ ਨਹੀਂ ਕਰਨਾ ਚਾਹੀਦਾ, ਤੇ ਜੇਕਰ ਉਹ ਕਰੇ ਵੀ ਤਾਂ ਘੱਟੋ ਘੱਟ ਅਜਿਹੇ ਆਦਮੀ ਨਾਲ ਵਿਆਹ ਕਰਨਾ ਚਾਹੀਦਾ ਹੈ ਜਿਸ ਵਿੱਚ ਕੁਝ ਭਾਵਨਾਵਾਂ ਤੇ ਇਨਸਾਨੀਅਤ ਹੋਵੇ। ਇਸ ਲਈ ਮੇਰੀ ਚਾਚੀ ਬਹੁਤ ਚਿੰਤਤ ਸੀ। ਮੈਂ ਕਿਹਾ, ਮੈਂ ਤੁਹਾਡੀ ਮਦਦ ਕਰਾਂਗੀ, ਮੈਂ ਚਾਚੇ ਨਾਲ ਗੱਲ ਕਰਦੀ ਹਾਂ। ਉਹਨਾਂ ਨੇ ਕਿਹਾ, ਨਹੀਂ ਨਹੀਂ, ਤੁਸੀਂ ਗੱਲ ਨਾ ਕਰਨਾ, ਨਹੀਂ ਤਾਂ ਉਹ ਕਹਿਣਗੇ ਮੈਂ ਤੁਹਾਨੂੰ ਕਿਹਾ ਸੀ। ਪਰ ਚਾਚੀ ਅੰਦਰੋਂ ਬਹੁਤ ਪਰੇਸ਼ਾਨ ਸੀ। ਇੱਕ ਦਿਨ ਉਹ ਰੋਣ ਲੱਗ ਪਈ। ਚਾਚਾ ਬੋਲਿਆ, ਕੀ ਗੱਲ ਹੈ, ਘਰ ਵਿੱਚ ਇੰਨੀ ਕਮੀ ਕਿਉਂ ਹੈ? ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿ ਘਰ ਦੀ ਔਰਤ ਬੈਠੀ ਰੋਂਦੀ ਰਹੇ। ਜਿਸ ਘਰ ਦੀ ਔਰਤ ਇਸ ਤਰ੍ਹਾਂ ਬੈਠ ਕੇ ਰੋਂਦੀ ਹੈ, ਉਸ ਘਰ ਵਿੱਚ ਕਦੇ ਪੈਸਾ ਨਹੀਂ ਆਉਂਦਾ ਹੈ। ਤੂੰ ਕੀ ਚਾਹੁੰਦੀ ਹੈ ਕਿ ਮੈਨੂੰ ਕਮਾਈ ਨਾ ਹੋਵੇ ਤੇ ਮੇਰੇ ਕੋਲ ਪੈਸੇ ਨਾ ਹੋਣਗੇ ਤਾਂ ਸਭ ਤੋਂ ਪਹਿਲਾਂ ਤੂੰ ਮੈਨੂੰ ਛੱਡ ਕੇ ਜਾਵੇਂਗੀ। ਮੇਰੀ ਚਾਚੀ ਨੇ ਕਿਹਾ, ਮੈਂ ਆਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਹਾਂ। ਪਤਾ ਨਹੀਂ ਕਦੋਂ ਮੈਨੂੰ ਫੋਨ ਆ ਜਾਵੇ ਤੇ ਪਤਾ ਲੱਗੇ ਕਿ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ। ਜੇਕਰ ਅਜਿਹਾ ਹੋਇਆ ਤਾਂ ਮੈਂ ਆਖਰੀ ਵਾਰ ਮਿਲ ਵੀ ਨਹੀਂ ਸਕਾਂਗੀ ਤੇ ਮੈਂ ਤੁਹਾਨੂੰ ਜ਼ਿੰਦਗੀ ਭਰ ਮਾਫ ਨਹੀਂ ਕਰਾਂਗੀ। ਮੇਰੇ ਚਾਚੇ ਨੂੰ ਤਰਸ ਆਇਆ ਤੇ ਉਸਨੇ ਕਿਹਾ ਕਿ ਠੀਕ ਹੈ, ਚਲੀ ਜਾਵੀਂ, ਪਰ ਸਿਰਫ ਇੱਕ ਰਾਤ ਲਈ। ਸ਼ਾਮ ਨੂੰ ਜਾਣਾ ਤੇ ਅਗਲੀ ਸਵੇਰ ਵਾਪਸ ਆ ਜਾਵੇਂਗੀ। ਮੇਰੀ ਚਾਚੀ ਤਾਂ ਇਸ ਗੱਲ ਤੇ ਹੀ ਖੁਸ਼ ਹੋ ਗਈ ਸੀ। ਮੇਰੇ ਚਾਚੇ ਨੇ ਕੁਝ ਪੈਸੇ ਦਿੱਤੇ ਤੇ ਕਿਹਾ ਕਿ ਉਹਨਾਂ ਲਈ ਕੁਝ ਲੈ ਜਾਣਾ ਤੇ ਮੇਰੇ ਵੱਲੋਂ ਵੀ ਪੁੱਛ ਲੈਣਾ। ਚਾਚੀ ਨੇ ਕਿਹਾ ਕਿ ਜੇ ਤੁਸੀਂ ਨਾਲ ਚੱਲਦੇ ਤਾਂ ਮੇਰੇ ਚਾਚੇ ਨੇ ਕਿਹਾ, ਇਹ ਮੇਰਾ ਤੀਜਾ ਵਿਆਹ ਹੈ, ਨਾ ਕਿ ਪਹਿਲਾ ਜੋ ਮੈਂ ਆਪਣੇ ਸਹੁਰਿਆਂ ਦਾ ਮੂੰਹ ਵੇਖਾਂ। ਮੈਨੂੰ ਇਸ ਦੀ ਲੋੜ ਨਹੀਂ ਹੈ। ਤੂੰ ਇੱਕ ਚੰਗੀ ਔਰਤ ਹੈ, ਤੂੰ ਮੇਰਾ ਖਿਆਲ ਤਾਂ ਰੱਖਦੀ ਹੈ, ਪਰ ਤੇਰੇ ਨਖਰੇ ਬਹੁਤ ਹਨ। ਜੇਕਰ ਜ਼ਿਆਦਾ ਨਖਰੇ ਕਰਨੇ ਤਾਂ ਫਿਰ ਉੱਥੇ ਹੀ ਰਹਿ ਜਾਣਾ।
ਮੈਂ ਤੈਨੂੰ ਤਲਾਕ ਦੇ ਕਾਗਜ਼ ਭੇਜ ਦੇਵਾਂਗਾ। ਮੇਰੀ ਚਾਚੀ ਤਾਂ ਡਰ ਗਈ। ਮੈਂ ਚਾਚੇ ਦਾ ਰਵੱਈਆ ਦੇਖ ਰਹੀ ਸੀ ਕਿ ਇਹ ਕਿੰਨਾ ਗਲਤ ਸੀ। ਚਾਚਾ ਹਮੇਸ਼ਾ ਉਸ ਨਾਲ ਚੰਗਾ ਸਲੂਕ ਕਰਦਾ ਸੀ, ਪਰ ਅੱਜ ਚਾਚੇ ਨੇ ਉਸ ਨੂੰ ਅਜਿਹੀ ਗੱਲ ਕਹੀ ਸੀ। ਉਸ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਸੀ। ਉਸ ਦਾ ਕੀ ਕਸੂਰ ਹੈ? ਉਹ ਕਹਿਣ ਲੱਗੀ ਕਿ ਜਾਣ ਨੂੰ ਦਿਲ ਨਹੀਂ ਕਰਦਾ, ਪਰ ਇੱਕ ਪਾਸੇ ਤੁਸੀਂ ਹੋ ਤੇ ਦੂਜੇ ਪਾਸੇ ਮੇਰਾ ਘਰ ਹੈ ਤੇ ਪਿਤਾ ਇਸ ਦੁਨੀਆ ਤੋਂ ਜਾਣ ਵਾਲੇ ਹਨ। ਜੇਕਰ ਮੈਂ ਪਿਤਾ ਨੂੰ ਨਾ ਮਿਲੀ ਤਾਂ ਮੇਰੇ ਦਿਲ ਵਿੱਚ ਗੱਲ ਰਹਿ ਜਾਵੇਗੀ ਤੇ ਮੈਨੂੰ ਅੰਦਰੋਂ ਅੰਦਰੀ ਹੀ ਖਾ ਜਾਵੇਗੀ। ਪਰ ਜੇ ਉੱਥੋਂ ਆਉਣ ਵਿੱਚ ਲੇਟ ਹੋ ਗਈ ਤਾਂ ਤੇਰਾ ਚਾਚਾ ਮੈਨੂੰ ਤਲਾਕ ਦੇ ਦੇਵੇਗਾ। ਬਸ ਤੂੰ ਪਿੱਛੇ ਤੋਂ ਸਾਰਾ ਕੁਝ ਸੰਭਾਲ ਲਵੀਂ। ਅਜਿਹਾ ਮੌਕਾ ਨਾ ਦੇਣਾ ਕਿ ਉਸ ਨੂੰ ਮੇਰੀ ਯਾਦ ਆਵੇ। ਮੈਂ ਕਿਹਾ, ਚਿੰਤਾ ਨਾ ਕਰੋ, ਮੈਂ ਉਸ ਨੂੰ ਸਭ ਕੁਝ ਸਮੇਂ ਸਿਰ ਦੇ ਦੇਵਾਂਗੀ। ਫਿਰ ਉਹ ਇਹ ਨਹੀਂ ਕਹਿਣਗੇ। ਮੈਂ ਸਭ ਕੁਝ ਬਹੁਤ ਵਧੀਆ ਬਣਾਵਾਂਗੀ ਜੋ ਉਹਨਾਂ ਨੂੰ ਬਹੁਤ ਪਸੰਦ ਆਵੇਗਾ। ਚਾਚੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਤੂੰ ਬਹੁਤ ਚੰਗੀ ਕੁੜੀ ਹੈ। ਮੈਂ ਤੈਨੂੰ ਆਪਣੀ ਧੀ ਸਮਝਦੀ ਹਾਂ। ਤੁਸੀਂ ਮੇਰੇ ਦੁੱਖ ਸੁੱਖ ਬਾਰੇ ਜਾਣਦੇ ਹੋ। ਚਾਚੀ ਉੱਥੋਂ ਚਲੀ ਗਈ। ਮੈਂ ਸਵੇਰੇ ਜਲਦੀ ਉੱਠੀ ਤੇ ਪਹਿਲਾਂ ਮੈਂ ਚਾਚੇ ਲਈ ਨਾਸ਼ਤਾ ਬਣਾਇਆ। ਉਸ ਤੋਂ ਬਾਅਦ ਮੈਂ ਖਾਣਾ ਬਣਾਇਆ ਤੇ ਸ਼ਾਮ ਨੂੰ ਮੈਂ ਚਾਹ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ, ਪਰ ਉਹ ਬਿਲਕੁਲ ਵੀ ਖੁਸ਼ ਨਹੀਂ ਸਨ। ਉਹਨਾਂ ਨੇ ਕੁਝ ਨੋਟ ਵੀ ਨਹੀਂ ਕੀਤਾ, ਇਹ ਵੀ ਨਹੀਂ ਕਿਹਾ ਕਿ ਇਹ ਬਹੁਤ ਵਧੀਆ ਬਣਿਆ ਹੈ। ਹਾਲਾਂਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ, ਪਰ ਇਸ ਮਾਮਲੇ ਵਿੱਚ ਉਹਨਾਂ ਨੇ ਜ਼ੁਬਾਨ ਤੋਂ ਇੱਕ ਸ਼ਬਦ ਵੀ ਨਹੀਂ ਕੱਢਿਆ, ਕਿਉਂਕਿ ਸ਼ਾਇਦ ਉਹਨਾਂ ਨੂੰ ਔਰਤਾਂ ਦੀ ਤਾਰੀਫ ਕਰਨ ਦੀ ਆਦਤ ਨਹੀਂ ਸੀ। ਨਹੀਂ ਤਾਂ ਮੇਰੀ ਚਾਚੀ ਵੀ ਬਹੁਤ ਵਧੀਆ ਖਾਣਾ ਬਣਾਉਂਦੀ ਸੀ, ਪਰ ਉਹਨਾਂ ਨੇ ਕਦੀ ਵੀ ਉਸ ਦੀ ਪ੍ਰਸ਼ੰਸਾ ਨਹੀਂ ਕੀਤੀ। ਸਗੋਂ ਉਹ ਹਮੇਸ਼ਾ ਕਹਿੰਦੇ ਸੀ, ਜੇ ਤੁਸੀਂ ਥੋੜੀ ਜਿਹੀ ਮਿਹਨਤ ਹੋਰ ਕਰਦੇ ਤਾਂ ਇਹ ਹੋਰ ਵੀ ਵਧੀਆ ਹੋ ਸਕਦਾ ਸੀ। ਜਦੋਂ ਰਾਤ ਹੋਈ ਤਾਂ ਚਾਚੇ ਨੇ ਮੈਨੂੰ ਬੁਲਾਇਆ। ਮੇਰੀ ਚਾਚੀ ਨੇ ਮੈਨੂੰ ਕਿਹਾ ਸੀ ਕਿ ਤੇਰਾ ਚਾਚਾ ਮਾਲਿਸ਼ ਤੋਂ ਬਿਨਾਂ ਨਹੀਂ ਸੌਂ ਸਕਦਾ, ਤੂੰ ਅੱਜ ਇਹ ਕੰਮ ਕਰ ਦੇਵੀਂ। ਮੈਂ ਕਿਹਾ, ਠੀਕ ਹੈ, ਮੈਂ ਕਰ ਦੇਵਾਂਗੀ। ਮੈਂ ਕਮਰੇ ਵਿੱਚ ਗਈ ਤਾਂ ਉਹਨਾਂ ਨੇ ਕਿਹਾ, ਜੇ ਮੈਂ ਮਾਲਿਸ਼ ਕਰਵਾ ਲਵਾਂ ਤਾਂ ਮੈਨੂੰ ਨੀਂਦ ਆਉਂਦੀ ਹੈ। ਤੇਰੀ ਚਾਚੀ ਚਲੀ ਗਈ ਹੈ, ਨਹੀਂ ਤਾਂ ਇਹ ਉਸ ਦਾ ਕੰਮ ਸੀ। ਮੈਂ ਕਿਹਾ, ਕੋਈ ਗੱਲ ਨਹੀਂ, ਉਹ ਸਵੇਰੇ ਆਉਣਗੇ, ਮੈਂ ਕਰ ਦਿੰਦੀ ਹਾਂ। ਉਹਨਾਂ ਨੇ ਕਿਹਾ, ਠੀਕ ਹੈ। ਮੈਂ ਚਾਚੇ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਚਾਚੀ ਨੇ ਮੈਨੂੰ ਕਿਹਾ ਸੀ ਕਿ ਉਹ 2 ਘੰਟੇ ਮਾਲਿਸ਼ ਕਰਵਾਉਂਦੇ ਹਨ, ਇਸ ਲਈ ਮੈਨੂੰ ਪਤਾ ਸੀ ਕਿ ਮੈਂ ਜਲਦੀ ਨਹੀਂ ਜਾ ਸਕਾਂਗੀ। ਮੈਂ ਚਾਚੇ ਦੀ ਮਾਲਿਸ਼ ਕਰਨ ਲੱਗ ਪਈ, ਪਰ ਅਜੇ 20 ਮਿੰਟ ਹੀ ਲੰਘੇ ਸਨ ਜਦੋਂ ਚਾਚੇ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਜਦੋਂ ਕਿ ਇਸ ਤੋਂ ਪਹਿਲਾਂ ਉਹ ਕਿਸੇ ਨਾ ਕਿਸੇ ਚੈਨਲ ਤੇ ਖਬਰਾਂ ਸੁਣ ਰਿਹਾ ਸੀ ਤੇ ਮੇਰੇ ਨਾਲ ਗੱਲ ਵੀ ਕਰ ਰਹੇ ਸੀ। ਮੈਨੂੰ ਲੱਗਿਆ ਕਿ ਉਹ ਸੌਂ ਗਏ ਹੋਣਗੇ। ਮੈਂ ਸੋਚਿਆ ਕਿ ਜੇ ਉਹ ਸੌਂ ਗਏ ਹਨ ਤਾਂ ਮੈਂ ਵਾਪਸ ਆਪਣੇ ਕਮਰੇ ਵਿੱਚ ਚਲੀ ਜਾਂਦੀ ਹਾਂ। ਮੈਂ ਕਮਰੇ ਵਿੱਚ ਚਲੀ ਗਈ ਤੇ 20 ਮਿੰਟਾਂ ਵਿੱਚ ਹੀ ਮੈਨੂੰ ਰਾਹਤ ਮਿਲ ਗਈ। ਮੈਨੂੰ ਲੱਗਦਾ ਹੈ ਮੈਂ ਬਹੁਤ ਵਧੀਆ ਮਾਲਿਸ਼ ਕੀਤੀ ਹੈ ਜਿਹੜਾ ਉਹ ਸੌਂ ਗਏ ਹਨ। ਜਦੋਂ ਮੈਂ ਕਮਰੇ ਵਿੱਚ ਆਈ ਤਾਂ ਚਾਚੀ ਦਾ ਫੋਨ ਆਇਆ ਤੇ ਪਤਾ ਲੱਗਾ ਕਿ ਚਾਚੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਚਾਚੀ ਨੇ ਕਿਹਾ ਕਿ ਤੁਸੀਂ ਆਪਣੇ ਚਾਚੇ ਨੂੰ ਲੈ ਕੇ ਜਲਦੀ ਉੱਥੇ ਪਹੁੰਚ ਜਾਵੋ। ਮੈਂ ਚਾਚੇ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਜਗਾਉਣ ਲੱਗੀ। ਜ਼ਾਹਿਰ ਹੈ ਕਿ ਇਹ ਇੰਨੀ ਵੱਡੀ ਗੱਲ ਸੀ। ਚਾਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ, ਪਰ ਜਦੋਂ ਮੈਂ ਚਾਚੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਠ ਨਹੀਂ ਰਹੇ ਸੀ। ਮੈਂ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਤੇ ਫਿਰ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ। ਜਦੋਂ ਮੈਂ ਉਹਨਾਂ ਵੱਲ ਧਿਆਨ ਨਾਲ ਦੇਖਿਆ ਤਾਂ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਜਿਵੇਂ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ, ਉਹ ਇਸ ਦੁਨੀਆ ਤੋਂ ਚਲੇ ਗਏ ਹਨ। ਪਰ ਮੈਂ ਨਾਲ ਦੇ ਘਰ ਵਾਲੀ ਆਂਟੀ ਕੋਲ ਚਲੀ ਗਈ। ਉਹ ਬਹੁਤ ਚੰਗੀ ਸੀ। ਉਸਦੇ ਪਰਿਵਾਰ ਨਾਲ ਸਾਡੀ ਬਹੁਤ ਚੰਗੀ ਬਣਦੀ ਸੀ। ਮੈਂ ਉਸ ਨੂੰ ਕਿਹਾ ਕਿ ਮੇਰਾ ਚਾਚਾ ਜਾਗ ਨਹੀਂ ਰਿਹਾ। ਉਸਨੇ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਕਿਹਾ ਕਿ ਸਭ ਕੁਝ ਠੀਕ ਤਾਂ ਹੈ। ਉਸਦੇ ਘਰ ਵਿੱਚ ਉਸਦਾ ਚਚੇਰਾ ਭਰਾ ਆਇਆ ਹੋਇਆ ਸੀ। ਉਹ ਉਸਦੇ ਨਾਲ ਘਰ ਆਈ ਤੇ ਚੈੱਕ ਕਰਕੇ ਕਹਿਣ ਲੱਗੀ, ਹੁਣ ਇਹ ਇਸ ਦੁਨੀਆ ਵਿੱਚ ਨਹੀਂ ਰਹੇ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਔਰਤ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਸ ਨੂੰ ਕੀ ਖਵਾਇਆ ਹੈ। ਮੈਂ ਕਿਹਾ, ਖਾਣਾ ਖਵਾ ਕੇ ਮੈਂ ਚਾਚੇ ਦੀ ਮਾਲਿਸ਼ ਕਰ ਰਹੀ ਸੀ। ਮੈਂ ਸੋਚਿਆ ਸੀ ਕਿ ਉਹ ਸੌਂ ਗਏ ਹਨ, ਪਰ ਮੈਨੂੰ ਨਹੀਂ ਪਤਾ ਸੀ ਇਹ ਸਭ ਕੀ ਹੋਇਆ ਹੈ। ਚਾਚੀ ਨੂੰ ਦੱਸਿਆ ਤਾਂ ਚਾਚੀ ਕੰਬ ਗਈ ਤੇ ਉਸਦੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇੱਕ ਪਾਸੇ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਦੂਜੇ ਪਾਸੇ ਉਸਦਾ ਪਤੀ ਵੀ ਛੱਡ ਗਿਆ ਸੀ। ਬੜੇ ਮੁਸ਼ਕਲ ਹਾਲਾਤ ਵਿੱਚ ਚਾਚੀ ਸੀ। ਸਭ ਤੋਂ ਜ਼ਿਆਦਾ ਤਰਸ ਮੈਨੂੰ ਚਾਚੀ ਤੇ ਆ ਰਿਹਾ ਸੀ। ਜਦੋਂ ਘਰ ਵਾਪਸ ਆਏ, ਉਸ ਨੂੰ 10 ਦਿਨ ਹੋਏ ਸਨ ਤਾਂ ਮੇਰੇ ਚਾਚੇ ਦੀ ਸਾਰੀ ਜਾਇਦਾਦ ਤੇ ਪੈਸਾ ਮੇਰੇ ਤੇ ਚਾਚੀ ਦੇ ਨਾਮ ਹੋ ਗਿਆ।
ਹੁਣ ਮੈਂ ਤੇ ਮੇਰੀ ਚਾਚੀ ਇਸ ਘਰ ਵਿੱਚ ਰਹਿੰਦੇ ਹਾਂ। ਮੇਰੀ ਚਾਚੀ ਨੇ ਕਦੇ ਮੇਰੇ ਚਾਚੇ ਦਾ ਜ਼ਿਕਰ ਨਹੀਂ ਕੀਤਾ। ਉਹ ਕਦੇ ਇਹ ਨਹੀਂ ਕਹਿੰਦੀ ਕਿ ਉਹ ਉਸ ਨੂੰ ਮਿਸ ਕਰ ਰਹੀ ਹੈ। ਉਹ ਵੀ ਉਸ ਨੂੰ ਕਿਵੇਂ ਮਿਸ ਕਰ ਸਕਦੀ ਹੈ? ਉਸਨੇ ਉਸ ਨੂੰ ਬਹੁਤ ਤੰਗ ਕੀਤਾ ਸੀ। ਮੇਰੀ ਚਾਚੀ ਦੀ ਇੱਕ ਭੈਣ ਸੀ ਜੋ ਇਕੱਲੀ ਹੋ ਗਈ ਸੀ। ਉਹ ਵੀ ਸਾਡੇ ਨਾਲ ਰਹਿੰਦੀ ਸੀ। ਉਸ ਦੀ ਉਮਰ ਵੀ ਮੇਰੇ ਜਿੰਨੀ ਸੀ। ਮੈਨੂੰ ਤਾਂ ਇੱਕ ਚੰਗੀ ਸਹੇਲੀ ਮਿਲ ਗਈ ਸੀ। ਅਸੀਂ ਦੋਵਾਂ ਨੇ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਹੈ। ਚਾਚੀ ਕਹਿੰਦੀ ਸੀ ਕਿ ਮੈਂ ਤੁਹਾਨੂੰ ਦੋਵਾਂ ਨੂੰ ਪੜ੍ਹਾਈ ਕਰਵਾਵਾਂਗੀ ਤਾਂ ਜੋ ਤੁਹਾਡਾ ਵਿਆਹ ਚੰਗੇ ਪਰਿਵਾਰ ਵਿੱਚ ਹੋਵੇ ਤੇ ਤੁਹਾਡੇ ਮਾਂ-ਬਾਪ ਨਹੀਂ ਹਨ। ਮੈਂ ਇਕੱਲੀ ਹਾਂ। ਮੈਂ ਤੁਹਾਡੇ ਵਿਆਹ ਅਜਿਹੇ ਘਰ ਵਿੱਚ ਕਰਾਂਗੀ ਜਿਸ ਵਿੱਚ ਮੁੰਡੇ ਕੋਲ ਪੈਸੇ ਹੀ ਨਹੀਂ ਸਗੋਂ ਆਦਤਾਂ ਤੇ ਭਾਵਨਾਵਾਂ ਵੀ ਹੋਣਗੀਆਂ। ਅਮੀਰ ਆਦਮੀ ਨੂੰ ਦੇਖ ਕੇ ਤੁਹਾਡਾ ਵਿਆਹ ਨਹੀਂ ਕਰਾਂਗੀ। ਜਿਹੜੇ ਲੋਕ ਸਿਰਫ ਧਨ ਦੀ ਖਾਤਰ ਆਪਣੀਆਂ ਧੀਆਂ ਦਾ ਵਿਆਹ ਕਰਦੇ ਹਨ ਉਹ ਆਪਣੀਆਂ ਧੀਆਂ ਨਾਲ ਬਹੁਤ ਬੇਇਨਸਾਫੀ ਕਰਦੇ ਹਨ। ਮੈਂ ਤੁਹਾਨੂੰ ਦੋਵਾਂ ਨੂੰ ਆਪਣੀਆਂ ਧੀਆਂ ਸਮਝ ਲਿਆ ਹੈ। ਮੈਂ ਤੁਹਾਡੇ ਨਾਲ ਅਜਿਹਾ ਨਹੀਂ ਕਰਾਂਗੀ। ਚਾਚੀ ਬਹੁਤ ਚੰਗੀ ਹੈ। ਮੇਰੇ ਚਾਚਾ ਨਾਲ ਇਹੀ ਹੋਣਾ ਸੀ ਕਿਉਂਕਿ ਮੇਰੀ ਚਾਚੀ ਨੇ ਦੱਸਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਤੇ ਇਲਜ਼ਾਮ ਔਰਤਾਂ ਤੇ ਲਾਉਂਦਾ ਸੀ। ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।